तुम ही सजन सुहेले, राखो राखण हार दयाला। नानक घर के गोले, नाउ प्रभातै शब्द ध्याइयै। छोड़ो दुनी परिता, प्रणवत नानक दासन दासा। जग हारिया तिन जीता, धन वाहिगुरु साहिब जी। भैरों महला पंजवा। आगै दए पाछै नारायण, मध भाग हर प्रेम रसायण। आगै दए पाछै नारायण, मध भाग हर प्रेम रसायण। प्रभु हमारे शास्त्र सौण, सुख सहज आनंद गृह पाउण। रहाओ रसना नाम करन सुन जीवे, प्रभ सिमर सिमर अमर थिर थीवे। जन्म जन्म के दुख निवारे, अनहद शब्द वजे दरबारे। कर कृपा प्रभ लिए मिलाए, नानक प्रभ शरणागत आए। कर कृपा प्रभ लिए मिलाए, नानक प्रभ शरणागत आए। वाहिगुरु जी का खालसा, वाहिगुरु जी की फतेह। हाजरा हजूर जहरा जहूर सर्व कला भरपूर, चबर छतर तखत दे मालक, रूहानियत दे भंडार, बर दो आलम शाह साहिब सतगुरु श्री गुरु ग्रंथ साहब महाराज जी दी पावन मुकद्दस हजूरी अंदर आप बहुत प्रेम दे नाल अमृत वेले दे दीवाना दी हाज़री भर रहे हो। झालांगे उठ नाम जप, निस बासुर आराध कारा तुझै ना व्यापई। नानक मिटै उपाद, अमृत वेला सच नाउ वडियाई विचार। ये वड्डे भाग ने कि इस इलाके विचों बेअंत लोकी वसदे ने, पर हैण विरले नाही घणे फैल फक्कड़ संसार दी रहमत उन्हां विरलियां ते वरतदी है जेड़े साबाही साला जिनी ध्याया एक मन सेई पूरे शाह वक्त है ऊपर लड़ मूह है। जेड़े वक्त दे नाल अपने आप नूं वक्त विचारे सो बंदा होई, अपनी जिंदगी नूं अपने जिंदगी दे कर्म ते प्रायोरिटीज़ नूं जेड़ा एडजस्ट करे उही बंदा है। पर जिन्हों काल ही खा जाए, समय जित जाए,
ਉਹਨੂੰ ਗੁਰਬਾਣੀ ਬੰਦਾ ਨਹੀਂ ਆਖਦੀ, ਵਕਤ ਵਿਚਾਰ ਹੈ। ਇਹ ਵਿਚਾਰਨ ਵਾਲਾ ਵਕਤ ਸੀ ਕਿ ਇਸ ਵੇਲੇ ਗੁਰੂ ਕੇ ਸਿੱਖ ਨੇ ਨਾਉ ਪ੍ਰਭਾਤੈ ਸ਼ਬਦ ਧਿਆਈਐ ਛੋਡੋ ਦੁਨੀ ਪ੍ਰੀਤਾ। ਇਹ ਸਮਾਂ ਸਿਰਫ ਪ੍ਰਭੂ ਦੀ ਬੰਦਗੀ ਵਾਸਤੇ ਨਿਯਤ ਹੈ ਤੇ ਉਦਮ ਕਰਕੇ, ਉਪਰਾਲਾ ਕਰਕੇ, ਆਲਸ ਤਿਆਗ ਕੇ ਉਹਨੂੰ ਉੱਠ ਕੇ ਪ੍ਰਭੂ ਦੇ ਸਿਮਰਨ ਵਿੱਚ ਜੁੜਨਾ ਚਾਹੀਦਾ। ਸਤਿਗੁਰ ਦੀ ਰਹਿਮਤ ਹੈ, ਜਿਨ੍ਹਾਂ ਨੂੰ ਸਤਿਗੁਰ ਜੀ ਨੇ ਥਾਪੜਾ ਦਿੱਤਾ ਹੈ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗੰਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ। ਗੁਰੂ ਨੇ ਆਪ ਇਹ ਖਜ਼ਾਨੇ ਉਹਨਾਂ ਦੀ ਝੋਲੀ ਪਾਉਣੇ ਨੇ, ਜਿਨ੍ਹਾਂ ਨੂੰ ਉਦਮ ਬਖਸ਼ਿਆ। ਆਪ ਸੰਗਤ ਉਦਮੀ ਹੋ। ਆਪ ਇਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਤੁਰ ਕੇ ਆਏ ਹੋ। ਸਤਿਗੁਰੂ ਜੀ ਕਦਮ ਕਦਮ ਆਪ ਜੀ ਦਾ ਲੇਖਾ ਲਾਉਣ। ਆਓ ਜੀ, ਜਿਹੜਾ ਸ਼ਬਦ ਕੱਲ੍ਹ ਨੂੰ ਅਸੀਂ ਵਿਚਾਰ ਅਧੀਨ ਪਹਿਲੇ ਦੋ ਪਦੇ ਆਪ ਸੰਗਤਾਂ ਦੇ ਨਾਲ ਸਾਂਝ ਪਾਏ ਸਨ ਰਹਾਉ ਦੀ ਤੁਕ ਵਿੱਚ, ਇਹਦੀ ਹੁਣ ਅਗਲੀ ਜਿਹੜੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਬਾਣੀ ਦੇ ਵਿੱਚ, ਸ਼ਬਦ ਹੈ 1137 ਅੰਗ ਤੇ, ਆਗੈ ਦਏ ਪਾਛੈ ਨਾਰਾਇਣ ਮਧ ਭਾਗ ਹਰ ਪ੍ਰੇਮ ਰਸਾਇਣ। ਬਖਸ਼ੋ ਅਸੀਸ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਵਾਰੀ ਫਿਰ ਆਖੋ ਜੀ ਸਤਨਾਮ ਸ੍ਰੀ। ਆਗੈ ਦਏ ਪਾਛੈ ਨਾਰਾਇਣ ਮਧ ਭਾਗ ਹਰ ਪ੍ਰੇਮ ਰਸਾਇਣ। ਆਗੈ ਦਏ ਕਿ ਜਿਸ ਕਾਰਜ ਨੂੰ ਗੁਰੂ ਕਾ ਸਿੱਖ ਹੱਥ ਪਾਏ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਛਾੜ ਸਿਆਣਪ ਸਗਲ ਮਨ ਤਨ ਅਰਪ ਧਰ। ਜੇ ਬੰਦਾ ਸਿਆਣਪ ਵੀ ਆਪਣੀ ਰੱਖੇ, ਫਿਰ ਕੇ ਚਲੋ ਅਰਦਾਸ ਵੀ ਕਰ ਦਿੰਦੇ ਹਾਂ, ਫਿਰ ਕੇ ਪੁੱਛਾਂ ਵੀ ਪੁੱਛਦੇ ਹਾਂ, ਫਿਰ ਉਹ ਸਿਆਣਪ ਦਾ ਤਿਆਗ ਨਹੀਂ ਹੋਇਆ, ਉਹ ਹੁਜਤ ਹੋਈ। ਜਿਹਨੂੰ ਮਹਾਰਾਜ ਜੀ ਕਹਿੰਦੇ ਹੈ ਚਾਕਰ ਲੱਗੈ ਚਾਕਰੀ ਨਾਲੇ ਗਰਭਵਾਦ। ਇੱਕ ਤੇ ਚਾਕਰੀ ਵੀ ਕਰਨੀ ਹੈ ਗੁਰੂ ਦੀ ਤੇ ਗਰਭਵਾਦ ਵੀ ਕਰਨਾ ਹੈ। ਨਹੀਂ ਜੀ ਇਵੇਂ ਨਾ ਹੋ ਜੇ, ਇਵੇਂ ਨਾ ਹੋ ਜੇ, ਇਹ ਵੀ ਹੋ ਜੇ, ਠੀਕ ਹੈ। ਕਰਨ ਵਾਲਾ ਕਰਤਾਰ ਹੈ। ਤਿਆਰੀ ਤੂੰ ਆਪਣੀ ਪੂਰੀ ਰੱਖ, ਇਮਾਨਦਾਰੀ ਦੇ ਨਾਲ ਤੁਰ, ਕਿਸੇ ਦੀ ਬਦਖੋਈ ਨਾ ਕਰ, ਕਿਸੇ ਨਾਲ ਈਰਖਾ ਨਾ ਰੱਖ। ਦੇਖੀ ਰੱਬ ਕਿਵੇਂ ਰਹਿਮਤਾਂ ਲਾਉਂਦਾ ਤੇਰੇ ਕਾਰਜਾਂ ਨੂੰ। ਇਮਾਨਦਾਰੀ ਇੱਕ ਵੱਖਰੀ ਗੱਲ ਹੈ, ਪਰ ਜੇ ਨਾਲ ਬੰਦਾ ਕਹੇ ਮੈਂ ਇਮਾਨਦਾਰ ਪੂਰਾ, ਪਰ ਜੇ ਕਿਸੇ ਦੇ ਲਈ ਬਦਖੋਈ ਵੀ ਮਨ 'ਚ ਹੈ, ਕਿਸੇ ਦੇ ਲਈ ਵਕੀਲੀ ਵੀ ਮਨ ਦੇ ਵਿੱਚ ਉਹ ਬਾਨ ਪਈ ਹੋਈ ਹੈ, ਪਰ ਮਹਾਰਾਜ ਕਹਿੰਦੇ ਇਹ ਖਤਮ ਕਰਨੀ ਪਏਗੀ। ਬਿਸਰ ਗਈ ਸਭ ਅੱਜ ਨਹੀਂ ਤੇ ਕੱਲ੍ਹ ਸਤਿਗੁਰੂ ਭਾਗ ਲਾਏਗਾ। ਜੇ ਬੰਦਾ ਇਮਾਨਦਾਰੀ ਦੇ ਨਾਲ ਤੇ ਕਿਸੇ ਦੇ ਨਾਲ ਈਰਖਾ ਨਾ ਰੱਖੇ, ਗੁਰੂ ਅੱਗੇ ਅਰਦਾਸ ਕਰਕੇ ਤੁਰੇ, ਸਤਿਗੁਰ ਰਹਿਮਤਾਂ ਫਿਰ ਝੋਲੀ 'ਚ ਪਾਉਂਦੇ ਨੇ, ਦੋਨੋਂ ਬਾਹਰ ਦੀ ਵੀ ਤੇ ਅੰਦਰ ਦੀ ਵੀ। ਇਹ ਨਾਮ ਦਾ ਧਨ ਵੀ ਮਹਾਰਾਜ ਜੀ ਦਾ ਇਹ ਬਚਨ ਹੈ, ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਇਹ ਅੰਦਰ ਦਾ ਧਨ ਹੈ ਤੇ ਬਾਹਰ ਦਾ ਧਨ ਵੀ ਸਤਿਗੁਰੂ ਜੀ ਨੇ ਕਿਹਾ। ਸਤਿਗੁਰੂ ਜੀ ਕਹਿੰਦੇ ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ। ਇਹ ਧਨ ਬਾਹਰ ਦਾ ਵੀ ਤੈਨੂੰ ਗੁਰੂ ਨੇ ਬਖਸ਼ਣਾ ਤੇ ਅੰਦਰ ਦਾ ਵੀ ਬਖਸ਼ਣਾ ਬੰਦਿਆ। ਪਰ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛਾੜ ਸਿਆਣਪ ਸਗਲ ਮਨ ਤਨ ਅਰਪ ਧਰ। ਹੁਣ ਇਹਨੂੰ ਮਨ ਤਨ ਅਰਪ ਧਰ ਇਸ ਲਈ ਆਖਿਆ, ਫਿਰ ਤੈਨੂੰ ਹਰ ਥਾਂ ਤੇ ਆਗੈ ਦਏ ਪਾਛੈ ਨਾਰਾਇਣ, ਅੱਗੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਤੇਰੇ ਲਈ ਰਸਤਾ ਖੋਲਣਗੇ। ਪਾਛੈ ਨਾਰਾਇਣ, ਪਿੱਛੇ ਕੋਈ ਬਦਖੋਈ ਕਰਨ ਵਾਲਾ ਆਏ, ਪਿੱਛੋਂ ਕੋਈ ਨਿੰਦਕ ਆਏ, ਕੋਈ ਨੁਕਸਾਨ ਕਰਨ ਵਾਲਾ ਆਏ, ਤੈਨੂੰ ਬਚਾਉਣ ਵਾਲੇ ਫਿਰ ਵੀ ਉੱਥੇ ਨਾਰਾਇਣ ਵਾਹਿਗੁਰੂ ਨੇ। ਇੱਕ ਗੁਰੂ ਅਮਰਦਾਸ ਜੀ ਦੇ ਬਾਬਤ ਸਵਈਆ ਹੈ, ਜਿਹਦੇ ਵਿੱਚ ਭੱਟ ਸਾਹਿਬ ਜੀ ਕਹਿੰਦੇ ਹੈ, ਜੇ ਕੋਈ ਗੁਰੂ ਅਮਰਦਾਸ ਜੀ ਦੀ ਸਿੱਖਿਆ ਨੂੰ ਮਨ ਵਿੱਚ ਵਸਾਏ, ਗੁਰੂ ਅਮਰਦਾਸ ਜੀ ਦੇ ਉਪਦੇਸ਼ਾਂ ਨੂੰ ਨਮਸਕਾਰ ਕਰਕੇ ਜੀਵਨ ਦਾ ਅੰਗ ਸੰਗ ਰੂਪ ਧਾਰਨ ਕਰਕੇ ਇਵੇਂ ਜੀਏ ਜਿਵੇਂ ਗੁਰੂ ਨੇ ਆਖਿਆ,
ਅੰਦਰ ਗੁਣ ਵੀ ਪੈਦਾ ਹੋਏ। ਕੱਲਾ ਅਸੀਂ ਕਥਾ ਨੂੰ ਜਾਂ ਸਿੱਖ ਧਰਮ ਜਾਂ ਗੁਰਦੁਆਰੇ ਆਉਣ ਨੂੰ ਧਰਮ ਦਾ ਮਸਲਾ ਬਣਾ ਲਿਆ, ਪਰ ਸਿੱਖ ਧਰਮ ਵਾਹਿਦ ਇੱਕ ਐਸਾ ਧਰਮ ਹੈ ਜਿਹਦੇ ਵਿੱਚ ਕੱਲਾ ਧਰਮ ਨਹੀਂ ਹੈ। ਇਹਦੇ ਵਿੱਚ ਹਿਊਮਨ ਰਾਈਟਸ ਦੀ ਸਭ ਤੋਂ ਖੂਬਸੂਰਤ ਮਿਸਾਲ ਹੈ। ਇਹਦੇ ਵਿੱਚ ਨੀਚਾ ਅੰਦਰ ਨੀਚ, ਜ਼ਾਤ ਨੀਚੀ ਹੋ ਅਤ ਨੀਚ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਇਹ ਵੀ ਤੇ ਹੈ। ਇਹਦੇ ਵਿੱਚ ਭਾਈ ਕਨ੍ਹਈਆ ਦਾ ਕਨਸੈਪਟ ਹੈ, ਫਰੀਦਾ ਬੁਰੇ ਦਾ। ਜਿਹੜੇ ਆਏ ਨੇ ਮਾਰਨ ਵਾਸਤੇ ਉਹੀ ਡਿੱਗੇ ਪਏ ਨੇ ਹੁਣ, ਪਰ ਉਹਨਾਂ ਨੂੰ ਵੀ ਜਲ ਛਕਾ ਰਹੇ ਨੇ, ਪਾਣੀ ਛਕਾ ਰਹੇ ਨੇ, ਮਰਮ ਪੱਟੀ ਕਰ ਰਹੇ ਨੇ। ਫੈਡਰਲ ਸਿਸਟਮ ਨੂੰ ਖਤਮ ਕਰਨ ਦੀ ਇੱਕ ਰੀਤ ਹੈ ਇਹਦੇ ਵਿੱਚ। ਇਹਦੇ ਵਿੱਚ ਕੋਲੈਕਟਿਵ ਕੌਨਸ਼ੀਅਸਨੈਸ ਕਿਵੇਂ ਕ੍ਰੀਏਟ ਕਰਨੀ ਹੈ, ਗੁਰਬਾਣੀ ਉਹ ਦੱਸਦੀ ਹੈ। ਕੋਲੈਕਟਿਵ ਲੀਡਰਸ਼ਿਪ ਕਿਵੇਂ ਹੈ, ਖਿੰਡੇ ਪਿੰਡੇ ਨਹੀਂ ਕਿ ਇੱਕ ਦਾ ਮੂੰਹ ਉੱਥੇ ਇੱਕ ਦਾ ਮੂੰਹ ਉੱਥੇ। ਇਹ ਸੰਗਤ ਦਾ ਇੱਕ ਨੇਮ ਹੈ, ਜਿੱਥੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਕੱਲਾ ਇਹ ਧਰਮ ਦਾ ਮਸਲਾ ਨਹੀਂ ਹੈ, ਇਹ ਸਾਰੇ ਜੀਵਨ ਨੂੰ ਘੜਨ ਦਾ ਮਸਲਾ ਹੈ। ਇੱਕ ਇੱਕ ਗੁਣ ਸਿੱਖ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਪੈਦਾ ਕੀਤਾ ਕਿ ਤੇਰੇ ਵਿੱਚ ਉਹ ਗੁਣ ਹੋਏ ਜਿਹੜਾ ਖੁਦਾਈ ਗੁਣ ਹੈ, ਖਾਲਸਾ ਖੁਦ ਖੁਦਾ। ਤੇਰੇ ਵਿੱਚ ਉਹ ਗੁਣ ਹੋਏ ਜਿਹੜਾ ਇੱਕ ਗੁਣ ਰਾਜਾ ਰੱਖਦਾ ਹੈ, ਪਾਤਸ਼ਾਹ ਰੱਖਦਾ ਹੈ। ਹਮ ਰਾਖਤ ਪਾਤਸ਼ਾਹੀ ਦਾਵਾ, ਕਿ ਪਾਤਸ਼ਾਹ ਨੂੰ ਫਿਕਰ ਹੁੰਦੀ ਹੈ ਮੇਰੀ ਉਮਤ ਵੀ ਠੀਕ ਰਹੇ। ਇਵੇਂ ਸਿੱਖ ਵੀ ਪਰਵਾਹ ਕਰੇ ਮੇਰੇ ਆਲੇ ਦੁਆਲੇ ਸਾਰਾ ਕੁਝ ਠੀਕ ਵਰਤਦਾ ਹੋਏ, ਕੋਈ ਭੁੱਖਾ ਨਾ ਹੋਏ, ਕੋਈ ਦੁਖੀ ਨਾ ਹੋਏ। ਚਲੋ ਜਿੰਨਾ ਕੁ ਸਮਰੱਥਾ ਹੋਏ, ਅਣਹੋਂਦਾ ਆਪ ਵੰਡਾਏ। ਭਗਤ ਦੀ ਨਿਸ਼ਾਨੀ ਗੁਰਬਾਣੀ ਵਿੱਚ ਸਭ ਤੋਂ ਪਹਿਲੀ ਇਹ ਹੈ ਕਿ ਉਹਦੇ ਕੋਲ ਤਾਕਤ ਹੈ। ਤਾਕਤ ਹੋਣ ਤੋਂ ਬਾਅਦ ਵੀ ਉਹ ਨਿਤਾਣਾ ਬਣ ਕੇ ਗੁਰੂ ਅੱਗੇ ਰਹੇ, ਸਮਾਜ ਦੇ ਵਿੱਚ ਉਹ ਨਿਤਾਣਾ ਬਣ ਕੇ ਰਹੇ। ਇਹ ਨਾ ਦਿਖਾਏ ਮੈਂ ਦੱਸਦਾ ਮੈਂ ਕੌਣ ਹੁੰਦਾ, ਨਹੀਂ। ਉਹ ਕਹਿੰਦਾ ਮੈਂ ਕੁਛ ਵੀ ਨਹੀਂ ਹੁੰਦਾ, ਮੈਂ ਨਾ ਹੀ ਕਛ ਹਉ ਨਹੀਂ, ਕਿਛ ਆਹੇ ਨਾ ਮੂਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਉਹ ਇਹ ਨਾ ਆਖੇ ਮੈਂ ਕਰ ਰਿਹਾ, ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕਹਿ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਵੱਡਾ ਤੂੰ ਹੈ ਵਾਹਿਗੁਰੂ ਕਰਨ ਵਾਲਾ। ਇਹ ਅਵਸਥਾ ਜਦ ਮਨ ਵਿੱਚ ਪੈਦਾ ਹੋਏਗੀ ਨਾ, ਫਿਰ ਨਾਰਾਇਣ, ਫਿਰ ਪ੍ਰਭੂ, ਫਿਰ ਸਾਰੇ ਪਾਸੇ ਉਹ ਦਿਸੇਗਾ। ਤਾਈਓ ਇੱਕ ਅਰਦਾਸ ਜਾਪ ਸਾਹਿਬ ਦੀ ਅੰਤਲੀ ਤੁਕਾਂ ਦੀ ਬੜੀ ਪਿਆਰੀ ਹੈ ਕਿ ਗੁਰੂ ਕਾ ਸਿੱਖ ਘਰੋਂ ਨਿਕਲੇ, ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗਮ ਵਿਭੂਤੇ, ਆਗੈ ਦਏ ਪਾਛੈ ਨਾਰਾਇਣ। ਸਦਾ ਅੰਗ ਸੰਗੇ, ਮੇਰੇ ਅੰਗ ਸੰਗ ਹੈ, ਮੈਂ ਮਹਿਸੂਸ ਕਰਾਂ ਵਾਹਿਗੁਰੂ ਤੂੰ ਹੀ ਹੈ। ਇਹ ਥੋੜ੍ਹੀ ਹੋਇਆ ਕਿ ਇਮਾਨਦਾਰੀ ਨਾਲ ਮੈਂ ਕੰਮ ਕਰ ਰਿਹਾ ਪਰ ਮੈਂ ਉਹਦਾ ਨਹੀਂ ਚੱਲਣ ਦੇਣਾ। ਉਦੋਂ ਕੀ ਕਰਨਾ ਜੀ, ਮੈਂ ਉਹਦਾ ਖਤਮ ਕਰਾਂ, ਪਹਿਲਾਂ ਜਾ ਕੇ ਜੜ੍ਹਾਂ 'ਚ ਤੇਲ ਪਾਵਾਂ। ਮੈਂ ਰੱਬ ਰੱਬ ਵੀ ਕਰਦਾ, ਪਰ ਮਹਾਰਾਜ ਕਹਿੰਦੇ ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ। ਮਹਾਰਾਜ ਕਹਿੰਦੇ ਆਗੈ ਦਏ ਪਾਛੈ ਨਾਰਾਇਣ। ਤੂੰ ਅੱਗੇ ਵੀ ਵੇਖ ਲਿਆ ਕੋਈ ਨਹੀਂ ਹੈ, ਪਿੱਛੇ ਵੀ ਵੇਖ ਲਿਆ ਕੋਈ ਨਹੀਂ, ਮੈਨੂੰ ਤੇ ਕੋਈ ਵੇਖ ਹੀ ਨਹੀਂ ਰਿਹਾ। ਮੇਰੇ ਕੀਤੇ ਹੋਏ ਪਾਪ ਨੂੰ ਕੋਈ ਨਹੀਂ ਵੇਖ ਰਿਹਾ। ਮੈਂ ਉਸ ਵੇਲੇ ਉਹ ਪਾਪ ਕੀਤਾ ਜਦ ਕੋਈ ਨਹੀਂ ਸੀ ਵੇਖਦਾ, ਮੈਂ ਇਕੱਲਾ ਹੀ ਸੀ। ਅੱਗੋਂ ਦੇਖੈ ਪਿੱਛੋਂ ਦੇਖੈ, ਪਰ ਇਹ ਗੱਲ ਮਹਾਰਾਜ ਕਹਿੰਦੇ ਤੁਝ ਤੇ ਕਹਾਂ ਛੁਪਾਵੈ, ਕਿ ਵਾਹਿਗੁਰੂ ਤੋਂ ਕਿੱਥੇ ਲੁਕਿਆ ਹੋਇਆ। ਉਹ ਤੇ ਆਗਿਆ ਦਏ ਪਾਛੈ ਨਾਰਾਇਣ। ਬੰਦਾ ਕਹਿੰਦਾ ਮੈਂ ਅੱਗੇ ਵੀ ਵੇਖਿਆ ਸੀ, ਮੈਂ ਪਿੱਛੇ ਵੀ ਵੇਖਿਆ ਸੀ, ਕੋਈ ਨਹੀਂ ਸੀ, ਪਰ ਦੇਖਣ ਵਾਲਾ ਉਹ ਹਰ ਵੇਲੇ ਹਰ ਥਾਂ ਤੇ ਮੌਜੂਦ ਹੈ। ਰੁਕਨਦੀਨ ਨੇ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਨੂੰ ਮੱਕੇ ਮਦੀਨੇ ਦੀ ਧਰਤੀ ਤੇ, ਮੱਕੇ ਤੇ, ਕਿ ਉਹ ਪਰਵਰਦਿਗਾਰ ਕਿੱਥੇ ਹੈ। ਮਹਾਰਾਜ ਨੇ ਕਿਹਾ ਸੀ ਕਾਜ਼ੀ ਰੁਕਨਦੀਨ ਉਹ ਤੇਰੇ ਵਿੱਚ ਵੀ ਹੈ ਤੇ ਮੇਰੇ ਵਿੱਚ ਵੀ ਹੈ। ਉਹ ਤੇਰੇ ਤੇ ਮੇਰੇ ਵਿਚਕਾਰ ਜਿਹੜੀ ਖਾਲੀ ਥਾਂ ਹੈ ਉਹਦੇ ਵਿੱਚ ਵੀ ਹੈ, ਤੇ ਉਹ ਜ਼ਰਰੇ ਜ਼ਰਰੇ ਵਿੱਚ ਹੈ। ਉਹਨੇ ਹੀ ਕਿਹਾ ਨਾ ਕਿ ਫਿਰ ਦਿਖਾਓ, ਫਿਰ ਦਿਖਾਓ। ਮਹਾਰਾਜ ਕਹਿੰਦੇ ਲਿਆ ਦੁੱਧ ਦਾ ਬਾਟਾ, ਮੈਂ ਤੈਨੂੰ ਦਿਖਾ ਦਿੰਦਾ। ਦੁੱਧ ਦਾ ਬਾਟਾ ਲਿਆਇਆ ਤੇ ਮਹਾਰਾਜ ਕਹਿੰਦੇ ਰੁਕਨਦੀਨ ਇਹਦੇ ਵਿੱਚੋਂ ਤੂੰ ਮੈਨੂੰ ਮੱਖਣ ਦਿਖਾ ਦੇ ਤੇ ਮੈਂ ਤੈਨੂੰ ਤੇਰੇ ਵਿੱਚੋਂ ਖੁਦਾ ਦਿਖਾ ਦਿੰਦਾ। ਉਹ ਕਹਿੰਦਾ ਮਹਾਰਾਜ ਪਹਿਲਾਂ ਇਹਨੂੰ ਕੋਸਾ ਕਰਾਂਗੇ, ਇਹਨੂੰ ਜਾਗ ਲਾਵਾਂਗੇ, ਟਿਕਾਵਾਂਗੇ, ਫਿਰ ਇਹਨੂੰ ਕਾੜਾਂਗੇ, ਫਿਰ ਕੋਈ ਜੁਗਤ ਨਾਲ ਸਿਆਣੀ ਸੁਆਣੀ ਇਹਨੂੰ ਰਿੜਕ ਕੇ ਇਹਦੇ ਵਿੱਚੋਂ ਮੱਖਣ ਕੱਢ ਸਕਦੀ ਹੈ, ਐਵੇਂ ਥੋੜ੍ਹੀ ਨਿਕਲੇਗਾ।
ਹੁਣ ਮੈਂ ਐਵੇਂ ਥੋੜੀ ਦਿਖਾ ਦਾਂ ਇਹਦੇ ਵਿੱਚੋਂ ਮੱਖਣ ਹੈਗਾ ਹੈ, ਪਰ ਜੁਗਤ ਨਾਲ ਪ੍ਰਗਟ ਹੋਏਗਾ। ਮਹਾਰਾਜ ਕਹਿੰਦੇ ਰੁਕਨਦੀਨ ਹੈਗਾ ਹੈ ਸਭ ਦੇ ਵਿੱਚ, ਪਰ ਜੁਗਤ ਕੀ ਹੈ? ਏ ਮਨ ਇੰਟੀ ਹਾਥ ਕਰੋ, ਫੁਨ ਨੇਤਰਹੁ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਜਿਵੇਂ ਦੁੱਧ ਨੂੰ ਰਿੜਕ ਕੇ ਤਰੀਕੇ ਦੇ ਨਾਲ ਉਹਨੂੰ ਪਹਿਲਾਂ ਜਾਗ ਲਾਓ, ਟਿਕਾਣਾ ਪਏਗਾ। ਅੱਛਾ, ਕੋਈ ਰਾਤ ਨੂੰ ਦੁੱਧ ਨੂੰ ਜਾਗ ਲਾਏ ਤੇ ਕਹੇ ਜੀ ਦਹੀਂ ਜੰਮ ਜਾਏ 5-6 ਘੰਟਿਆਂ 'ਚ, ਸੁਆਣੀ ਦਹੀਂ ਰੱਖ ਕੇ ਦੁੱਧ ਦਾ ਭਾਂਡਾ ਰੱਖ ਕੇ ਜਾਏ ਜਾਗ ਲਾ ਕੇ, 15 ਕੁ ਮਿੰਟ ਕਹੇ ਨਹੀਂ ਜੀ ਇਸ ਭਾਂਡੇ ਨੂੰ ਮੈਂ ਥੱਲੇ ਰੱਖ ਦਿੰਦੀ ਹਾਂ, ਫਿਰ ਅੱਧੇ ਘੰਟੇ ਬਾਅਦ ਉੱਠ ਕੇ ਅੱਜ ਨਹੀਂ ਜੀ ਇਹਨੂੰ ਮੈਂ ਫਰਿੱਜ ਦੇ ਅੰਦਰ ਰੱਖ ਦਿੰਦੀ ਹਾਂ, ਫਿਰ ਕਹੇ ਨਹੀਂ ਜੀ ਫਰਿੱਜ ਦੇ ਉੱਤੇ ਰੱਖ ਦਿੰਦੀ ਹਾਂ ਬਾਹਰ, ਫਿਰ ਕਹੇ ਨਹੀਂ ਜੀ ਆਪਣੇ ਕਮਰੇ 'ਚ ਰੱਖ ਦਿੰਦੀ ਹਾਂ। ਜੇ ਜਾਗ ਲੱਗੇ ਹੋਏ ਭਾਂਡੇ ਨੂੰ ਟਿਕਣ ਨਹੀਂ ਦਿੱਤਾ ਨਾ, ਫਿਰ ਉਹ ਦੁੱਧ ਜੰਮੇਗਾ ਨਹੀਂ। ਇਹ ਅਸੂਲ ਹੈ ਕੁਦਰਤ ਦਾ। ਜੇ ਭਾਂਡਾ ਚੱਕ ਕੇ ਕਦੀ ਉੱਤੇ ਰੱਖਤਾ, ਕਦੀ ਥੱਲੇ ਰੱਖਤਾ, ਕਦੀ ਬਾਹਰ ਰੱਖਤਾ, ਕਦੀ ਅੰਦਰ ਰੱਖਤਾ, ਕਦੀ ਲਵੇ ਰੱਖਤਾ, ਕਦੀ ਦੂਰ ਰੱਖਤਾ, ਕਦੀ ਆਲਣੇ 'ਚ ਰੱਖਤਾ, ਕਦੀ ਤਾਕੀ 'ਚ ਰੱਖਤਾ, ਦੁੱਧ ਨਹੀਂ ਜੰਮਦਾ। ਦੁੱਧ ਨੂੰ ਜੰਮਣ ਵਾਸਤੇ ਟਿਕਾ ਚਾਹੀਦਾ। ਘੱਟੋ ਘੱਟ 4-5 ਘੰਟੇ ਉਹ ਭਾਂਡਾ ਟਿਕਿਆ ਰਿਹਾ ਬਿਲਕੁਲ ਬਿਨਾਂ ਹਿਲੇ, ਉਹ ਦੁੱਧ ਦਹੀਂ ਬਣੇਗਾ। ਇਵੇਂ ਹੀ ਅੰਦਰ ਹਜੇ ਸੰਗਤ ਕੀਤੀ ਹੈ, ਬਿੰਦ ਕੀਰਤਨ ਕਥਾ ਸੁਣੀ ਹੈ ਤੇ ਬਾਹਰ ਗਏ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ ਲੋਭੀ, ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਭਾਈ ਜਿਹੜਾ ਅੰਦਰ ਜਾਗ ਲਗਾਇਆ ਨਾਮ ਦਾ, ਉਹਨੂੰ ਟਿਕਾ ਤੇ ਲਈਏ ਥੋੜ੍ਹੀ ਦੇਰ, ਥੋੜ੍ਹੀ ਦੇਰ ਨਿੰਦਾ ਦਾ, ਥੋੜ੍ਹੀ ਦੇਰ ਚਿੰਦਾ ਦਾ, ਕੋਈ ਬਖੀਲੀ ਦਾ ਖਿਆਲ ਨਾ ਆਏ, ਕਿਸੇ ਨਾਲ ਗੱਲ ਨਾ ਕਰੀਏ। ਕੁਝ ਸਮਾਂ ਟਿਕਾ ਦੇ ਵਿੱਚ ਜੋ ਸੁਣਿਆ, ਜੋ ਗਾਇਆ, ਜੋ ਗਾਵਿਆ, ਜੋ ਕੀਰਤਨ ਰੂਪ ਦੇ ਵਿੱਚ ਅੰਦਰ ਵਸਾਇਆ, ਉਹਨੂੰ ਜਾਗ ਲਗਾ ਕੇ ਟਿਕਾ ਲਈਏ। ਟਿਕਿਆ ਹੋਇਆ ਅੰਦਰ ਰਸ ਪੈਦਾ ਹੁੰਦਾ ਹੈ, ਤੇ ਜਾਂਦੇ ਹੀ ਅਸੀਂ ਅਰਲ ਬਰਲ ਕਰਕੇ ਕੱਢ ਦਿੱਤਾ, ਉਹਨੂੰ ਹਿਲਾ ਦਿੱਤਾ ਭਾਂਡੇ ਨੂੰ, ਫਿਰ ਥੋੜ੍ਹੀ ਜੰਮੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਅਵਸਥਾ ਉਸ ਗੁਰਮੁਖ ਦੀ ਹੈ, ਉਸ ਬ੍ਰਹਮ ਗਿਆਨੀ ਦੀ ਹੈ, ਜਿਹੜਾ ਹਰ ਜ਼ਰਰੇ ਵਿੱਚ ਵਾਹਿਗੁਰੂ ਨੂੰ ਅਹਿਸਾਸ ਮਹਿਸੂਸ ਕਰਦਾ। ਆਗੈ ਦਇ ਪਾਛੈ ਨਾਰਾਇਣ, ਮਧ ਭਾਗ ਹਰ ਪ੍ਰੇਮ ਰਸਾਇਣ। ਮਧ ਦਾ ਮਤਲਬ ਹੈ ਸਭ ਦੇ ਅੰਦਰ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਉਹ ਸਭ ਦੇ ਵਿੱਚ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਘਟ ਵਿੱਚ ਹੈ। ਤੇ ਇਹ ਚੀਜ਼ ਉਹ ਪ੍ਰਾਪਤ ਕਰਦਾ ਜਿਹਨੂੰ ਪ੍ਰੇਮ ਰਸਾਇਣ। ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਜਿਹਦੇ ਮਨ ਵਿੱਚ ਪ੍ਰੇਮ ਦਾ ਅਣਿਆਲਾ ਤੀਰ ਵਜਿਆ। ਬਿਰਹਾ ਦੇਖੋ, ਦੋ ਹੀ ਰੋਣੇ ਹੁੰਦੇ ਆ। ਇੱਕ ਸੰਸਾਰ ਦਾ ਰੋਣਾ ਹੈ, ਜਿਸ ਰੋਣੇ ਨੂੰ ਪ੍ਰਵਾਨ ਨਹੀਂ ਕੀਤਾ ਗੁਰਮਤਿ ਨੇ, ਤੇ ਦੂਸਰਾ ਜਿਹੜਾ ਨਿਰੰਕਾਰ ਦੇ ਰਸਤੇ ਦਾ, ਉਹਨੂੰ ਰੋਣਾ ਨਹੀਂ, ਉਹਨੂੰ ਬੈਰਾਗ ਆਖਿਆ। ਉਹਨੂੰ ਬੈਰਾਗ ਆਖਿਆ। ਉਹ ਤਾਂ ਪੈਦਾ ਹੁੰਦਾ ਹੈ ਜਦ ਬਿਰਹਾ। ਸੰਸਾਰ ਦਾ ਬੰਦਾ ਤਾਂ ਰੋਂਦਾ ਹੈ ਜਦ ਦੁਨੀਆ ਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਬਲ ਜਾਂਦਾ ਹੈ ਨਾ, ਕਿ ਮੈਂ ਇਹਨਾਂ ਵਾਸਤੇ ਇਹ ਕੀਤਾ, ਮੈਂ ਇਹਨਾਂ ਵਾਸਤੇ ਇਹ ਕੀਤਾ, ਮੈਂ ਸਾਰਿਆਂ ਲਈ ਕੀਤਾ, ਅਗਲੇ ਮੇਰੇ ਮੂੰਹ 'ਤੇ ਆ ਕੇ ਕਹਿ ਗਿਆ ਤੂੰ ਕਿਹੜਾ ਅਹਿਸਾਨ ਕਰਤਾ ਸਾਡੇ 'ਤੇ। ਬੰਦਾ ਫਿਰ ਸੜ ਜਾਂਦਾ ਹੈ ਦੁਨੀਆ ਦੀ ਇਸ ਅੱਗ ਦੇ ਵਿੱਚ, ਤਾਂ ਵੀ ਰੋਂਦਾ। ਇੱਕ ਅੱਗ ਉਹ ਹੈ ਜਿਹਨੂੰ ਬਿਰਹਾ ਦੀ ਅੱਗ ਕਿਹਾ। ਸੰਸਾਰੀ ਅੱਗ ਵਿੱਚ ਸੜਿਆ ਹੋਇਆ ਬੰਦਾ, ਉਹਦੇ ਪੱਲੇ ਕੱਖ ਨਹੀਂ ਪਏਗਾ, ਪਰ ਜਿਹੜਾ ਬਿਰਹਾ ਦੀ ਅੱਗ ਵਿੱਚ ਸੜੇਗਾ, ਉਹਦੇ ਅੰਦਰ ਦੀ ਸਾਰੀ ਵਾਸ਼ਨਾ ਮਰ ਜਾਏਗੀ। ਕਾਮ ਵੀ ਅੱਗ ਹੈ, ਕ੍ਰੋਧ ਵੀ ਅੱਗ ਹੈ, ਅੰਦਰ ਦੇ ਵਿਕਾਰ ਵੀ ਅੱਗ ਨੇ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੈ। ਸੰਸਾਰ ਦੇ ਵਿਕਾਰਾਂ ਦੀ ਅੱਗ ਅੰਦਰ ਦੇ ਗੁਣਾਂ ਨੂੰ ਖਤਮ ਕਰ ਦੇਗੀ, ਸਾੜ ਦੇਗੀ। ਬਿਰਹਾ ਦੀ ਅੱਗ ਅੰਦਰ ਦੇ ਵਿਕਾਰਾਂ ਨੂੰ ਸਾੜ ਦੇਗੀ। ਹੁਣ ਅੰਦਰ ਕਿਹੜੀ ਅੱਗ ਪੈਦਾ ਕਰਨੀ ਹੈ, ਇਹ ਤੇ ਸਾਡੇ ਸਾਰਿਆਂ ਦੇ ਮਨ ਦੇ ਖਿਆਲ ਨੇ। ਜਾਂ ਵਿਕਾਰਾਂ ਦੀ ਅੱਗ ਪੈਦਾ ਕਰੀਏ ਤੇ ਸਾਰੇ ਗੁਣ ਖਤਮ ਹੋ ਜਾਣਗੇ। ਜੇ ਬਿਰਹਾ ਦੀ ਅੱਗ ਪੈਦਾ ਹੋ ਗਈ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ। ਉਹ ਅੱਗ ਮਸਾਣ ਵਾਲੀ ਅੱਗ ਕਿਹਾ, ਜਿਹੜੀ ਧੁਖਦੀ ਰਹਿੰਦੀ ਹੈ, ਸਦਾ ਸਦਾ ਹੀ ਧੁਖਦੀ ਰਹਿੰਦੀ ਹੈ। ਇਸ ਤਰ੍ਹਾਂ ਅੰਦਰ ਵਿਕਾਰਾਂ ਦੀ ਅੱਗ ਖਤਮ ਹੋਏਗੀ ਤਾਂ ਨਿਰੰਕਾਰ ਦੇ ਪ੍ਰੇਮ ਦੀ ਖਿੱਚ ਪੈਦਾ ਹੋਏਗੀ। ਜਤ ਪਹਾਰਾ ਧੀਰਜ ਸੁਨਿਆਰ,
आहरण मत वेद हथियार भाओ खला अगन। ये अगन तपदी है, ये अगन तपदी है, बिरहा दी है। इस अगन दे विच विकार सड़नगे, जिन्होंने गुरु नानक साहब जी ने आख्या। इत्थे सतगुरु जी राहाउ दी तुकां च रहमत करदे, प्रभु हमारे शास्त्र सौण सूख सहज आनंद गृह पाउण रहाओ। ਇਹਦੀ ਵਿਚਾਰ ਅਸੀਂ ਵਿਸਥਾਰ ਨਾਲ ਕੱਲ ਕੀਤੀ ਸੀ। ਸ਼ਾਸਤਰ ਸੌਣ ਦਾ ਮਤਲਬ ਹੈ ਸ਼ਗਨ ਕੱਢਣ ਵਾਸਤੇ, ਸ਼ਗਨ ਅਪਸ਼ਗਨ ਨੂੰ ਜਾਣਨ ਵਾਸਤੇ, ਮਹੂਰਤ ਕੱਢਣ ਵਾਸਤੇ। ਜਦ ਪੱਤਰੀਆਂ ਵਾਚੀਆਂ ਜਾਣ, ਮਹਾਰਾਜ ਜੀ ਕਹਿੰਦੇ ਲੈ ਪਹਾੜ ਕਰੇ ਵਿਆਓ, ਕੱਢ ਕੱਢ ਕਾਗਲ ਦੱਸੈ ਰਾਓ। ਸੁਣ ਵੇਖੋ ਲੋਕਾ ਇਹ ਵਿਡਾਣ, ਮਨ ਅੰਧਾ ਨਾ ਉਹ ਸੁਜਾਣ। ਅੱਖਾਂ ਦਾ ਅੰਨਾ ਹੋਣਾ ਅੰਨਾ ਨਹੀਂ ਮੰਨਿਆ ਗਿਆ ਬਾਣੀ ਦੇ ਵਿੱਚ। ਜਦ ਬੰਦੇ ਨੂੰ ਅੱਖਾਂ ਤੋਂ ਨਹੀਂ ਦਿਸਦਾ ਤੇ ਰੱਬ ਅੰਦਰ ਦੀ ਓਜ ਦਿੰਦਾ, ਉਹਨੂੰ ਬਿਨਾਂ ਅੱਖਾਂ ਤੋਂ ਵੀ ਪ੍ਰਤੀਤੀ ਆਉਂਦੀ ਹੈ, ਸਮਝ ਆਉਂਦੀ ਹੈ। ਇਹ ਹੁੰਦਾ ਅੱਖਾਂ ਦਾ ਅੰਨਾ, ਪਰ ਉਹ ਅੰਨਾ ਨਹੀਂ ਹੈ। ਅੰਨਾ ਉਹ ਹੈ ਜਿਹੜਾ ਅਗਿਆਨਤਾ ਦਾ ਅੰਨਾ ਹੋ ਜਾਏ। ਅੱਖਾਂ ਤੇ ਨੇ ਪਰ ਅੰਦਰ ਅਗਿਆਨਤਾ ਦਾ ਹਨੇਰਾ ਛਾ ਜਾਏ। ਅਗਿਆਨਤਾ ਦਾ ਹਨੇਰਾ ਤਾਂ ਛਾਂਦਾ ਜਦ ਬੰਦੇ ਨੂੰ ਕੁਝ ਦਿਸਦਾ ਹੀ ਨਹੀਂ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ। ਹੁਣ ਜਦ ਕੀਤੇ ਹੋਏ ਕਰਮਾਂ ਦਾ ਬੋਝ ਅੱਗੇ ਆ ਜਾਂਦਾ ਨਾ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਅੱਗੇ ਆ ਗਿਆ, ਫਿਰ ਬੰਦੇ ਦੇ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ। ਹੁਣ ਕੀ ਕਰਾਂ? ਫਿਰ ਬੰਦਾ ਹੱਲ ਲੱਭਣ ਵਾਸਤੇ ਹਰ ਦਰ 'ਤੇ ਮੱਥਾ ਰਗੜਨਾ ਸ਼ੁਰੂ ਕਰ ਦਿੰਦਾ। ਉੱਧਰ ਵੀ ਚਲਾ ਜਾਵਾਂ, ਉੱਧਰ ਵੀ ਚਲਾ ਜਾਵਾਂ। ਪਰ ਬਾਬਾ ਫਰੀਦ ਜੀ ਕਹਿੰਦੇ ਹੈ, ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜੀਓ ਸਰੀਰੋ ਲੈ। ਜੇ ਤੂੰ ਐਵੇਂ ਰਖਸੀ, ਮੈਂ ਕਿਸੇ ਬਾਰ ਕਹਿੰਦੇ ਦਰਵਾਜ਼ਾ ਕਿਸੇ ਦੇ ਹੋਰ ਦਰ 'ਤੇ ਜਾ ਕੇ ਸਿਰ ਨਾ ਰੱਖਾਂ। ਜੇ ਮੈਂ ਸਿਰ ਹੀ ਰੱਖਾਂ ਨਾ, ਰੱਬ ਕਿਸੇ ਤੇਰੇ ਦਰ ਨੂੰ ਛੱਡ ਕੇ ਕਿਸੇ ਦਰ 'ਤੇ ਮੇਰਾ ਫਿਰ ਸਿਰ ਹੀ ਵੱਢ ਲਈ, ਮੇਰੀ ਜਿੰਦ ਹੀ ਕੱਢ ਲਈ। ਤਾਈਓ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜਿਹ ਦਰ ਆਵਤ ਜਾਤ ਹੋ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਆ ਜੋ ਦਰ ਐਸਾ ਹੋਏ। ਦੁਨੀਆ ਦੇ ਦਰ 'ਤੇ ਮੰਗਣ ਜਾਓਗੇ, ਇੱਕ ਵਾਰੀ, ਦੋ ਵਾਰੀ, ਤੀਜੀ ਵਾਰੀ ਉਹ ਦੁਰ ਕਰੇਗਾ ਵੀ ਵਾਰੀ ਆ ਜਾਂਦਾ। ਕਈ ਵਾਰੀ ਜਿਹੜੇ ਚੇਲੇ ਬੈਠੇ ਹੁੰਦੇ ਨੇ ਬਾਬਿਆਂ ਦੇ ਦਰ 'ਤੇ ਅੱਗੇ, ਉਹ ਔਖੇ ਹੋ ਜਾਂਦੇ ਚੌਥੀ ਪੰਜਵੀਂ ਵਾਰੀ ਵੇਖ ਕੇ, ਬਾਬਾ ਤੂੰ ਫਿਰ ਆ ਗਿਆ ਹੁਣ। ਪਰ ਗੁਰੂ ਕੋਲ ਜਦ ਮਰਜ਼ੀ ਆਓ, ਇੱਥੇ ਜਿੰਨੀ ਵਾਰੀ ਆਓ, ਸੋ ਦਰ ਕੈਸੇ ਛੋੜੀਆ ਜੋ ਦਰ ਐਸਾ ਹੋਏ। ਹਰ ਵਾਰੀ ਰਹਿਮਤ ਮਿਲਦੀ ਹੈ। ਹਰ ਵਾਰੀ ਗੁਰੂ ਸ਼ਰਨ ਆਏ ਨੂੰ ਆਪਣੇ ਹਿਰਦੇ ਨਾਲ ਲਾਉਂਦੇ ਨੇ, ਪ੍ਰਤਪਾਲਨਾ ਕਰਦੇ। ਸਾਰ ਸੰਭਾਲੇ ਨਿਤ ਪ੍ਰਤਪਾਲੇ, ਪ੍ਰੇਮ ਸਹਿਤ ਗਲ ਲਾਵੇ। ਸਾਲ ਸੰਭਾਲੇ ਨਿਤ ਪ੍ਰਤਪਾਲੇ ਕਰਨ ਵਾਲਾ ਗੁਰੂ ਹੈ। ਪਰ ਜੇ ਹੋਰ ਪਾਸੇ ਤੁਰ ਪਿਆ ਗੁਰੂ ਕਾ ਸਿੱਖ, ਫਿਰ ਮਹਾਰਾਜ ਜੀ ਕਹਿੰਦੇ ਉਹ ਸਿੱਖ ਨਹੀਂ ਹੈ, ਫਿਰ ਉਹਨੂੰ ਸੁੱਖ ਨਹੀਂ ਮਿਲੇਗਾ। ਪ੍ਰਭੂ ਹਮਾਰੇ ਸ਼ਾਸਤਰ ਸੋਣ। ਜੇ ਕੋਈ ਗੱਲ ਕੰਮ ਸ਼ੁਰੂ ਕਰਨਾ, ਫਿਰ ਗੁਰੂ ਅੱਗੇ ਅਰਦਾਸ ਕਰਕੇ ਕਰਨਾ ਹੈ। ਇਹੀ ਸ਼ਾਸਤਰ, ਇਹੀ ਸੌਣ ਹੈ। ਕੋਈ ਦਿਨ ਨਹੀਂ ਵਿਚਾਰਨੇ, ਕੋਈ ਸਮਾਂ ਨਹੀਂ ਵਿਚਾਰਨਾ, ਕੋਈ ਮਹੂਰਤ ਨਹੀਂ ਵਿਚਾਰਨਾ, ਕੋਈ ਪੱਤਰੀ ਨਹੀਂ ਵਾਚਣੀ, ਕੋਈ ਜੰਤਰੀਆਂ ਨਹੀਂ ਮਿਲਾਉਣੀਆਂ। ਵਿਆਹ ਕਰਨ ਲੱਗਿਆਂ ਇਸ ਗੱਲ ਤੋਂ ਬਚਣਾ ਹੈ, ਪਰਹੇਜ਼ ਕਰਨਾ ਹੈ, ਗੁਰੇਜ਼ ਕਰਨਾ ਹੈ। ਰਹਿਮਤ ਕਰਨ ਵਾਲਾ ਗੁਰੂ ਹੈ। ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਸਾਡਾ ਪ੍ਰਭੂ, ਸਾਡੇ ਪ੍ਰਭੂ ਦਾ ਨਾਮ ਹੀ ਸਾਡੇ ਲਈ ਸ਼ਾਸਤਰ ਅਤੇ ਸੌਣ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਦ ਦਰਬਾਰ ਸਾਹਿਬ ਤਿਆਰ ਕਰਵਾਉਣਾ ਸੀ ਨਾ, ਇਮਾਰਤ ਤਿਆਰ ਹੋ ਗਈ, ਸਾਰਾ ਕੁਝ ਹੋ ਗਿਆ। 1604 ਈਸਵੀ ਨੂੰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ ਸੀ, ਪੋਥੀ ਪਰਮੇਸ਼ਰ ਕਾ ਥਾਨ। ਜਦ ਬਾਬਾ ਬੁੱਢਾ ਜੀ ਨੂੰ ਅੱਗੇ ਲਾਇਆ ਤੇ ਪਿੱਛੇ ਗੁਰੂ ਅਰਜਨ ਸਾਹਿਬ ਜੀ ਚੌਰ ਕਰਦੇ ਹੋਏ ਆਏ, ਤੇ ਹੁਣੇ ਬਸ ਤੁਰੇ ਹੀ ਆਉਂਦੇ ਤੇ ਕੰਨ ਦੇ ਵਿੱਚ ਆ ਕੇ ਉਸ ਸਮੇਂ ਦੇ ਵੱਡੇ ਵੱਡੇ ਬ੍ਰਾਹਮਣਾਂ ਤੇ ਪ੍ਰੋਹਿਤਾਂ ਨੇ ਫੂਕ ਮਾਰਤੀ ਮਹਾਰਾਜ ਦੇ ਕੰਨ 'ਚ ਕਿ ਏਡਾ ਵੱਡਾ ਕਾਰਜ ਕਰ ਰਹੇ ਹੋ, ਏਡਾ ਵੱਡਾ ਮਹਿਲ ਬਣਾਇਆ ਤੁਸੀਂ, ਨਾਲੇ ਪੋਥੀ ਸਾਹਿਬ ਵੀ ਤਿਆਰ ਕਰ ਲਈ, ਵੀ ਸਾਡਾ ਥਾਲ ਕਿੱਥੇ ਹੈ? ਪ੍ਰੋਹਿਤ ਦਾ ਥਾਲ ਕਿੱਥੇ ਹੈ? ਵੀ ਦੱਸੋ, ਸਾਡੇ ਲਈ ਕਿੱਥੇ ਕੱਢਿਆ? ਸਾਡਾ ਕਿਹੜਾ ਥਾਂ ਬਣਾਇਆ? ਸਾਨੂੰ ਕਦ ਪੁੱਛਿਆ ਤੁਸੀਂ? ਕਿਹੜੀ ਪੱਤਰੀ ਵਾਚੀ ਸੀ? ਕਿਹੜਾ ਕੀਤਾ ਸੀ? ਮਹਾਰਾਜ ਕਹਿੰਦੇ, ਹਮਰਾ ਪ੍ਰੋਹਿਤ ਭਾਈ ਬੰਨੋ। ਕਹਿੰਦੇ ਗੁਰੂ ਘਰ ਦਾ ਪ੍ਰੋਹਿਤ ਉਹ ਹੈ ਜਿਹੜਾ ਹੱਥੋਂ ਕਿਰਤ ਕਰਦਾ, ਜਿਹਦੇ ਅੰਦਰ ਚੰਗੇ ਗੁਣ ਨੇ, ਜਿਹੜਾ
ਪਾਰ ਬ੍ਰਹਮ ਪਰਮੇਸ਼ਵਰ ਤੋਂ ਬਿਨਾਂ ਕਿਸੇ ਤੇ ਵਿਸ਼ਵਾਸ ਨਹੀਂ ਰੱਖਦਾ। ਤੇ ਭਾਈ ਬੰਨੋ ਨੇ ਕਿਹੜੀ ਸੇਵਾ ਕੀਤੀ ਸੀ? ਭਾਈ ਬੰਨੋ ਤੁਹਾਨੂੰ ਪਤਾ ਹੈ ਦੇਸੀ ਘਿਓ ਦਾ ਵਪਾਰੀ ਸੀ, ਲਾਹੌਰ ਦਾ ਰਹਿਣ ਵਾਲਾ ਸੀ। ਤੇ ਜਦ ਗੁਰੂ ਪਾਤਸ਼ਾਹ ਜੀ ਨੂੰ ਕਿਸੇ ਸਿੱਖ ਨੇ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਬਾਣੀ ਵਿੱਚ ਆਖਿਆ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਈ ਨਾਨਕ ਇਹ ਲੱਛਣ, ਇਹ ਹੋ ਵੀ ਸਕਦਾ ਕਦੇ? ਹੁਣ ਇਹ ਗੱਲ ਮਹਾਰਾਜ ਉਸ ਸਿੱਖ ਨੂੰ ਉੱਥੇ ਹੀ ਦੱਸ ਸਕਦੇ ਸੀ, ਪਰ ਮਹਾਰਾਜ ਨੇ ਕਿਹਾ ਜਾ ਭਾਈ ਬੰਨੋ ਕੋਲ ਚਲਾ ਜਾ। ਲਾਹੌਰ ਭੇਜਤਾ। ਵਪਾਰੀ ਸੀ ਦੇਸੀ ਘਿਓ ਦਾ। ਤੇ ਉਹ ਸਿੱਖ ਪਹੁੰਚਿਆ ਉਹਦੀ ਹੱਟੀ ਤੇ ਭਾਈ ਬੰਨੋ ਦੇ ਨਾਲ ਇੱਕ ਬੀਬੀ ਖੜੀ ਸੀ ਦੁਕਾਨਦਾਰੀ, ਤੇ ਕੁਝ ਕੁ ਟੱਕਿਆਂ ਦੇ ਪਿੱਛੇ ਉਹ ਬੀਬੀ ਬਹਿਸਦੀ ਪਈ ਸੀ ਭਾਈ ਬੰਨੋ ਨਾਲ। ਉਹ ਜਿਹੜਾ ਸਿੱਖ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਭੇਜਿਆ ਸੀ ਉਹਦੇ ਮਨ ਵਿੱਚ ਵਿਤਕਰਾ ਆ ਗਿਆ, ਭਾਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਇਹ ਲੱਛਣ ਤੇ ਹੋ ਹੀ ਨਹੀਂ ਸਕਦੇ ਜੀ ਬ੍ਰਹਮ ਗਿਆਨੀ ਤੇ। ਤੇ ਜਦ ਭਾਈ ਬੰਨੋ ਨੇ ਉਸ ਸਿੱਖ ਨੂੰ ਵੇਖਿਆ ਤੇ ਆਵਾਜ਼ ਮਾਰੀ, ਕਿੱਥੋਂ ਆਏ ਹੋ? ਕਹਿੰਦੇ ਜੀ ਮੈਂ ਗੁਰੂ ਅਰਜਨ ਸਾਹਿਬ ਦੇ ਦਰ ਤੋਂ ਆਇਆ। ਭਾਈ ਬੰਨੋ ਕਹਿੰਦਾ ਗੱਲ ਹੀ ਕੋਈ ਨਹੀਂ। ਕਹਿੰਦੇ ਮੈਂ ਤੁਰਿਆ ਵਾਪਸ। ਕਹਿੰਦੇ ਨਾ ਨਾ ਤੁਰਨਾ, ਐਵੇਂ ਨਹੀਂ ਜਾਣਾ, ਪਹਿਲਾਂ ਘਰ ਚਲੋ। ਉਹਨੇ ਹੱਟੀ ਬੰਦ ਕੀਤੀ, ਭਾਈ ਬੰਨੋ ਨੇ ਘਰ ਲੈ ਗਏ। ਦੇਸੀ ਘਿਓ ਦਾ ਵਪਾਰ ਸੀ। ਕਹਿੰਦੇ ਪਾਣੀ ਗਰਮ ਕਰੀਏ ਨਹਾਉਣਾ, ਤੇ ਉਹ ਸਿੱਖ ਕਹਿੰਦਾ ਪਾਣੀ ਨਾਲ ਤੇ ਰੋਜ਼ ਨਹਾਈਦਾ, ਤੁਹਾਡਾ ਕਾਰਜ ਕੰਮ ਦੇਸੀ, ਕਿੰਨੇ ਪੀਪੇ ਪਏ ਘਰਾਂ 'ਚ, ਦੇਸੀ ਘਿਓ ਨਾਲ ਨਹਾਵਾਂਗੇ। ਕਹਿੰਦੇ ਗੱਲ ਹੀ ਕੋਈ ਨਹੀਂ। ਜਿਸ ਫੱਟੀ ਤੇ ਸਿੱਖ ਨੇ ਬਹਿ ਕੇ ਨਹਾਉਣਾ ਸੀ ਉਸ ਫੱਟੀ ਤੇ 4 ਪੀਪੇ ਰੋੜ ਤੇ ਭਾਈ ਬੰਨੋ ਨੇ। ਇਹ ਕੀ ਕਰੀ ਜਾਂਦਾ? ਸਿੱਖ ਬਾਂਹ ਫੜ ਕੇ ਕਹਿੰਦਾ ਭਾਈ ਬੰਨੋ ਨੂੰ, ਇਹ ਕੀ ਕਰੀ ਜਾਂਦਾ? ਕਹਿੰਦੇ ਤੂੰ ਗੁਰੂ ਦੇ ਦਰ ਤੋਂ ਆਇਆ, ਇਹ ਸਾਰਾ ਦਿੱਤਾ ਗੁਰੂ ਦਾ, ਇਹ ਗੁਰੂ ਕੇ ਸਿੱਖਾਂ ਤੋਂ ਹੀ ਕੁਰਬਾਨ ਕਰਨ ਵਾਸਤੇ ਗੁਰੂ ਨੇ ਦਿੱਤਾ ਹੋਇਆ। ਕਹਿੰਦੇ ਨਹੀਂ, ਉੱਥੇ ਤੇ ਬੀਬੀ ਬੈਸਦੀ ਸੀ। ਕਹਿੰਦੇ ਬੀਬੀ ਤਾਂ ਬੈਸਦੀ ਸੀ ਕਿਉਂਕਿ ਉਹਨੇ 1 ਟਕਾ ਮੇਰਾ ਵੱਧ ਮਾਰ ਲਿਆ ਸੀ। ਗੁਰੂ ਨੇ ਇਹ ਸਿੱਖਿਆ ਦਿੱਤੀ, ਨਾ ਕਿਸੇ ਤੋਂ ਵੱਧ ਲੈਣਾ ਤੇ ਨਾ ਕਿਸੇ ਦਾ 1 ਟਕਾ ਵੱਧ ਮਾਰਨਾ। ਉਹ ਵੱਧ ਮਾਰਦੀ ਸੀ ਤਾਂ ਉਹ ਬਹਿਸ ਕਰਦੀ ਸੀ। ਜਿੱਥੇ ਗੁਰੂ ਕਾ ਤੇ ਗੁਰੂ ਕੇ ਸਿੱਖ ਦਾ ਸਿਧਾਂਤ ਆ ਜਾਏ ਉੱਥੇ ਸਭ ਕੁਝ ਗੁਰੂ ਤੋਂ ਕੁਰਬਾਨ ਹੈ। ਫਿਰ ਭਾਈ ਬੰਨੋ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਸ਼ੁਰੂਆਤ ਹੋਈ ਨਾ, ਰਾਮਸਰ ਸਰੋਵਰ ਦੇ ਕੰਢੇ ਸ਼ਾਹੀ ਕੀ ਵਿਧੀ ਦਾ ਜ਼ਿਕਰ ਆਉਂਦਾ ਹੈ। ਸਿਰ ਸ਼ਾਹੀ ਵੱਜਣ ਕੱਜਣ ਬੋਲ ਇਕਰਤੀ ਸੋਇਨਾ, ਤਾਮੇ ਕਾ ਭਾਂਡਾ ਲਾਜ ਵਰਦਾ ਵਿਜੇ ਸਾਰ ਕੀ ਬੂਟੀ, ਦਿਨ ਵੀ ਘਸਣੀ ਰਵਾਲ ਰੱਖਣੀ। ਪੁਰਾਤਨ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਸ਼ਾਹੀ ਕੀ ਵਿਧੀ ਵੀ ਲਿਖੀ ਹੋਈ ਹੈ। ਤੇ ਇਹ ਸ਼ਾਹੀ ਬਣਾਉਣ ਦਾ ਤੇ ਕਲਮਾਂ ਨੂੰ ਘੜਨ ਦਾ ਕੰਮ, ਜਿਹੜੀਆਂ ਕਲਮਾਂ ਦੇ ਨਾਲ ਪਹਿਲਾ ਸਰੂਪ ਤਿਆਰ ਹੋਇਆ, ਉਹ ਕਲਮਾਂ ਨੂੰ ਘੜਨ ਦਾ ਕਾਰਜ ਜਿਹੜਾ ਭਾਈ ਬੰਨੋ ਨੇ ਕੀਤਾ। ਤੇ ਜਦ ਸਤਿਗੁਰੂ ਨੂੰ ਪੁੱਛਿਆ ਗਿਆ ਪੁਰੋਹਿਤਾਂ ਵੱਲੋਂ ਵੀ ਸਾਡਾ ਥਾਲ ਕਿਹੜਾ ਹੈ, ਮਹਾਰਾਜ ਕਹਿੰਦੇ ਸਾਡਾ ਤੁਹਾਡਾ ਥਾਲ ਨਹੀਂ, ਸਾਡਾ ਪੁਰੋਹਿਤ ਭਾਈ ਬੰਨੋ ਗੁਰੂ ਦਾ ਕਿਰਤੀ ਸਿੱਖ ਹੈ, ਜਿਹੜਾ ਗੁਰੂ ਅੱਗੇ ਅਰਦਾਸ ਕਰਕੇ ਕਾਰਜ ਕਰਦਾ ਹੈ ਤੇ ਕੁੱਲ ਕਾਇਨਾਤ ਨੂੰ ਇੱਕੋ ਨਜ਼ਰ ਦੇ ਨਾਲ ਵੇਖਦਾ ਹੈ, ਨਾ ਕਿਸੇ ਦੇ ਨਾਲ ਧੋਖਾ ਕਰਦਾ ਹੈ, ਨਾ ਕਿਸੇ ਦੇ ਨਾਲ ਫਰੇਬੀ ਕਰਦਾ ਹੈ, ਨਾ ਉਹਦੇ ਮਨ 'ਚ ਕੋਈ ਵਿਕਾਰਾਂ ਦੀ ਭੁੱਖ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪ੍ਰਭੂ ਦਾ ਸਿਮਰਨ ਹੀ ਪ੍ਰਭੂ ਹਮਾਰਾ, ਸ਼ਾਸਤਰ ਸੌਣ ਸੂਖ ਸਹਿਜ ਆਨੰਦ ਗ੍ਰਹਿ ਭਾਉਣ, ਜਿਹਦੇ ਹਿਰਦੇ ਵਿੱਚ ਸੁਖ ਵਰਤ ਗਿਆ, ਬਾਣੀ ਦਾ ਸਹਿਜ ਆ ਗਿਆ ਤੇ ਉਹਦੇ ਮਨ ਵਿੱਚ ਹੀ ਆਨੰਦ ਆਏਗਾ। ਅਸੀਂ ਕਹਿੰਦੇ ਆਨੰਦ ਕਿਵੇਂ ਆਏ? ਸਾਨੂੰ ਤੇ ਆਨੰਦ ਆ ਹੀ ਨਹੀਂ ਰਿਹਾ। ਬਈ ਸੁਖ ਦਾ ਪਰਾਇਵਾਚੀ ਓਪੋਜ਼ਿਟ ਦੁੱਖ ਹੈ, ਸਹਿਜ ਦਾ ਚੰਚਲਤਾ ਹੀ ਹੈ, ਪਰ ਆਨੰਦ ਗੁਰਬਾਣੀ ਵਿੱਚ 3 ਤਰ੍ਹਾਂ ਦੇ ਇਹ ਤੁਸੀਂ ਲਫ਼ਜ਼ ਪੜ੍ਹੋਗੇ। ਪਹਿਲਾ ਪੜ੍ਹੋਗੇ ਆਨੰਦ, ਐੜਾ ਨੰਨਾ ਦੱਦਾ ਤੇ ਉੱਤੇ ਟਿੱਪੀ। ਫਿਰ ਇੱਕ ਪੜ੍ਹੋਗੇ ਆਨੰਦ, ਦੱਦੇ ਨੂੰ ਔਂਕੜ ਉਹਦੀ ਮਾਤਰਾ। ਇੱਕ ਪੜ੍ਹੋਗੇ ਆਨੰਦ, ਐੜਾ ਨੰਨਾ ਦੱਦਾ ਬਿਨਾਂ ਟਿੱਪੀ ਤੋਂ। ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ, ਉਹ ਆਨੰਦ ਲਿਖਿਆ ਹੋਇਆ, ਆਨੰਦ, ਉਹ ਟਿੱਪੀ ਨਹੀਂ ਲਾਈ ਉੱਥੇ। ਇੱਕ ਪੜ੍ਹੋਗੇ ਆਨੰਦ ਦੱਦੇ ਨੂੰ ਔਂਕੜ ਦੇ ਨਾਲ, ਤੇ ਇੱਕ ਆਨੰਦ ਦੱਦਾ ਮੁਕਤਾ। ਇਹ ਰੂਪ ਗੁਰਬਾਣੀ ਦੇ ਵਿੱਚ ਆਨੰਦ ਤੇ ਆਨੰਦ ਦੇ ਤੇ ਆਨੰਦ ਦੇ ਆਏ ਨੇ, ਅਰਥ ਇੱਕੋ ਹੀ ਰੱਖਦੇ ਨੇ ਸਾਰੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇੱਥੇ ਦੱਸ ਰਹੇ ਨੇ ਸੁੱਖ ਦੁੱਖ ਦੇ ਵਿੱਚ ਪ੍ਰਵਿਰਤ ਹੋ ਜਾਏਗਾ। ਸਹਿਜ ਉਨਾ ਚਿਰ ਤੱਕ ਚੰਚਲਤਾ ਦਾ ਰੂਪ ਧਾਰਨ ਕਰਦਾ ਰਹੇਗਾ ਜਿੰਨਾ ਚਿਰ ਤੱਕ ਅੰਦਰ ਨਾਮ ਨਹੀਂ ਟਿਕਿਆ, ਪਰ ਜਿਸ ਦਿਨ ਆਨੰਦ ਵਰਤ ਗਿਆ, ਆਨੰਦ ਦਾ ਕੋਈ ਪਰਾਇਵਾਚੀ ਨਹੀਂ। ਆਨੰਦ ਹੈ ਤੇ ਉੱਥੇ ਆਨੰਦ ਹੀ ਹੈ। ਸਦਾ ਆਨੰਦ ਹੋਵੇ ਦਿਨ ਰਾਤੀ, ਫਿਰ ਦਿਨ ਰਾਤੀ ਆਨੰਦ ਹੈ। ਪਹਿਲਾਂ ਸੁੱਖ ਵਰਤੇਗਾ ਬਾਣੀ ਵਾਲਾ, ਫਿਰ ਬਾਣੀ ਦੇ ਸੁੱਖ ਵਿੱਚੋਂ ਅੰਦਰ ਸਹਿਜ ਆਏਗਾ, ਟਿਕਾ ਆਏਗਾ। ਤੇ ਉਹ ਟਿਕਾ ਕਿਹੜਾ? ਭਾਣੈ ਉਜੜ, ਭਾਣੈ ਰਾਹ, ਭਾਣੈ ਹਰ ਗੁਣ ਗੁਰਮੁਖ ਗਾਵਾਹ, ਭਾਣੈ ਭਰਮ ਭਵੈ ਬਹੁ ਜੋਨੀ, ਸਭ ਕਿਛ ਤਿਸੈ
रजाई जियो। किड्डी वड्डी अवस्था है। जे मेरा नुकसान होया तां भी भाणे विच है, जे मेरा फायदा होया तां भी भाणे विच है। भाणा है ओजड़, भाणा है राह, ये सहज है। इनू सहज अवस्था क्या है? पर यह सहज बाहरों नहीं मिलता, अपनी हुज्जत नाल नहीं मिलता भी मैं एवें बन के बह जा मन नूं, मैं चुप मौन धारण करमी सहज ना उपजै, विण सहजै सहसा ना जाए। अपने कीते यतन नाल सहज पैदा नहीं होंदा, गुरु की कृपा नाल आउंदा है। न जाए सहसा कितै संयम रह कर्म कमाए, सहसा जियो मलीन है। जिथे सहज नहीं है उथे सहम होएगा, डर होएगा, तो डर दे विच बंदा कदी पत्रियां वाचेगा, कदी किथे नक रगड़ेगा, कदी किसी नूं गुरु जी बनाएगा, कदी किसी वल जाएगा। सच्चे गुरु नूं छड्ड के बंदे दा बंदा बनेगा बंदा। महाराज कहंदे ना, साचा साहिब छोड़ के मनमुख होए बंदे दा बंदा। भाई गुरदास जी का बचन है बड़ा प्यारा कि सच्चे साहिब नूं छड्ड के बंदे दे अगे बंदा झुक रहा है, वो नहीं, सिख शब्द का ज्ञान का पुजारी है। तो ਉਹਦੇ अंदर जे सहम है, सहम फिर ਉਹਨੂੰ की कराएगा। इस करके न जाए सहसा कितै संयम रह कर्म कमाए, सहसा जियो मलीन है कित संयम धोता जाए, मन तो वो शब्द लागो। मन नूं शब्द लग गया, बाणी लग गई, मन टिका च आ जाएगा। दुनिया कहेगी नहीं जी तू एवें क्यों नहीं करता, इवें कर लै इवें, वो कहेगा करने वाला करतार है, मैं गुरु अगे अरदास करती है, सब भला है। सूख सहज आनंद ग्रह पाउण, ਉਹਦੇ अंदर फिर ਉਹੀ ਪਾਉਂਦਾ है। ਉਹੀ ਪਾਉਣ ਦਾ मतलब है घूमना चलना। ਹੁਣ ਸਾਡੇ ਮਨ ਵਿੱਚ ਕਦੀ ਕਿਹੜੇ ਰਸਤੇ ਤੇ, ਕਦੀ ਕਿਹੜੇ ਰਸਤੇ ਤੇ, ਉਧਰ ਵੀ ਚਲੇ ਜਾਂਦੇ, ਉਧਰ ਵੀ ਚਲੇ ਜਾਂਦੇ। ਪਰ ਸਿੱਖ ਦੇ ਰਸਤੇ 'ਚ ਸਾਰੇ ਪਾਸੇ ਗੁਰੂ ਹੈ, ਅੱਗੇ ਵੀ ਗੁਰੂ ਹੈ, ਪਿੱਛੇ ਵੀ ਗੁਰੂ ਹੈ ਤੇ ਵਿੱਚ ਵੀ ਗੁਰੂ ਹੈ, ਕਿ ਹਰ ਪਾਸੇ। ਜਿਹਨੂੰ ਮਹਾਰਾਜ ਕਹਿੰਦੇ ਨਾ, ਜੈਸੀ ਆਗਿਆ ਕੀਨੀ ਠਾकुर ਤਿਸ ਤੇ ਮੁਖ ਨਹੀਂ ਮੋੜਿਓ, सहज आनंद रखियो ग्रह भीतर ऊठ उआहू को दोरियो। कि मेरे जीवन च भौण भी उत्थे है, भजना दौड़ना भी उत्थे जिथे मैनू गुरु लैके जाएगा, जिथे मैनू गुरु ने हुक्म किया। मैं एवें गुरु नूं छड्ड के किथे होर नहीं भजदा। सहज आनंद रखियो ग्रह भीतर उठ उआहू को दोरियो, आ गया मैं भूख सोई कर सूखा, सोग हरक नहीं जानियो, जो जो हुक्म भयो साहिब को सो माथे लै मानियो। वो सत करके मनेगा। इनू सतगुरु जी कहते ਉਹਦਾ अंदर भी गुरु ਨੂੰ समर्पित है रहाओ। ਹੁਣ सिमरन किवें करना है? रसना नाम करन सुन जीवे, प्रभ सिमर सिमर अमर थिर थीवे। रसना, भाई गुरदास जी कहते हैं रसना ਉਹੀ नाम जप सकती है जिस रसना तो निंदा नहीं हो रही। रसना वही नाम जप सकती है जिस रसना ते कूड़ नहीं वरत रहा। रस हुण रसना तो साड़ी भी जप रही, वो रसना रसीली नहीं है, ये खुश्क है, ये सुक्की है। ए तन माया पाया प्यारे लीतड़ा लब रंगा। एक पति कहता पत्नी नूं, भागवाने तू ये वाला सूट पाया कर, मैनू चंगा लगता है। हुण वो कहे मैं तेरी नहीं मनदी, मैनू तो ये चंगा लगता है, मैं पावांगी, मैं ही पावांगी जिहड़ा मैनू चंगा लगता, मैनू ये रंग अच्छा लगता है। पति कहेगा ठीक है बई पा लै, पर मैनू वो अच्छा लगता है। हुण हर एक औरत की खूबसूरती होंदी है कि वो अपने पति का प्यार ले। हुण पत्नी कहे नहीं जी मैं तो यही रंग पाना है, पति कहे एक दिन ये भी पा लै, मैनू ये चंगा, कहते नहीं मैं नहीं पाउणा, जो चीज़ तेनू चंगी लगती है मैं नहीं करांगी। फिर किहड़ा फिर प्रेम होया? मार कहते यह तन माया पाया प्यारे लीतड़ा लब रंगाए, मेरा कंत ना भावै। हुण गुरु कहंदा मेरे सिखा तू आ रंग पा अपने जीवन दे रंगत दे विच, नाम दी रंगत तेरे ते चढ़े। हुण ये जीव इस्त्री कहे क्योंकि साचा खसम हमारा हमशै केरियां दासियां, एक इस जग में पुरख एक है, ये बचन है। होर सगली नार सबाई, खसम ये है तो असी सारी पत्नियां ने। हुण खसम ने कहा ये रंग मैनू चंगा नहीं लगता, हुण असी कहते नहीं जी मैं तो यही पाउणा। फिर मेरा कंत ना भावै, ये प्यारा उन्होंने प्यारे नूं पाउंदा ही नहीं, फिर किवें सानू प्यार मिलेगा? असी किवें शह की सार सुहागण जाणै। सुहागण वो बनती है जिहड़े अपने पति दे अंदर दी जाणदी है गल, अपने खसम दी जाणदी है। ते गुरु नूं ये चंगा लगदा है।
ਅੱਗੇ ਸਤਿਗੁਰੂ ਜੀ ਕਹਿੰਦੇ ਹੈ ਰਸਨਾ, ਭਾਈ ਗੁਰਦਾਸ ਜੀ ਦਾ ਬਚਨ ਪੜ੍ਹਦੇ ਆ ਇੱਕ, ਫਿਰ ਸਮਝ ਆ ਜਾਏਗੀ। ਰਸਨਾ ਰਸੀਲੀ ਨਾਹੇ ਬਿਨਤੀ ਬਖਾਨੋ ਕੈਸੇ, ਸੁਰਤ ਨਾ ਸ਼ਰਵਣਨ ਬਚਨ ਮਧੋਕੀ ਹੈ। ਕਹਿੰਦੇ ਇਹ ਰਸਨਾ ਨਿੰਦਾ ਕਰ ਕਰਕੇ ਇੰਨੀ ਖੁਸ਼ਕ ਝੂਠ ਬੋਲ ਬੋਲ ਕੇ ਇੰਨੀ ਅਵੈੜੀ ਹੋ ਗਈ ਹੈ। ਹੁਣ ਜਦ ਇਹ ਵਾਹਿਗੁਰੂ ਵਾਹਿਗੁਰੂ ਵੀ ਬੋਲਦੀ ਹੈ ਨਾ, ਤੇ ਗੁਰੂ ਨੂੰ ਪਤਾ ਲੱਗ ਜਾਂਦਾ ਇਹਦਾ ਵਾਹਿਗੁਰੂ ਬੋਲਿਆ ਹੋਇਆ ਫਿੱਕਾ ਹੈ, ਇਹਦਾ ਵਾਹਿਗੁਰੂ ਬੋਲਿਆ ਹੋਇਆ ਰਸੀਲਾ ਨਹੀਂ ਹੈ, ਕਿਉਂਕਿ ਅੰਦਰ ਕੁਝ ਹੋਰ ਚੱਲ ਰਿਹਾ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ। ਅੱਛਾ, ਕਈ ਸਾਡੇ ਵਿੱਚੋਂ ਐਸੇ ਵੀ ਨੇ, ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਜਿਹੜੇ ਬਾਣੀ ਪੜ੍ਹਦੇ ਨੇ ਅਗਲਿਆਂ ਦੀਆਂ ਜੜ੍ਹਾਂ ਵੜਨ ਲਈ। ਕਿਉਂ ਪਾਠ ਕਰ ਰਿਹਾ ਮੈਂ, ਉਹਦਾ ਕੱਖ ਨਾ ਰਹੇ ਮੈਂ ਤਾਂ ਪਾਠ ਕਰ ਰਿਹਾ। ਹੱਦ ਹੋ ਗਈ। ਬਾਣੀ ਇਸ ਵਾਸਤੇ ਨਹੀਂ ਬਣੀ ਹੋਈ। ਮੈਂ ਇਸ ਲਈ ਸਿਮਰਨ ਕਰ ਰਿਹਾ ਜੀ ਉਹਦਾ ਨਾਸ਼ ਹੋ ਜਾਏ। ਬਾਣੀ ਤੇ ਭਲਾ ਕਰਨ ਲਈ ਬਣੀ ਹੈ ਕਿ ਆਪ ਵੀ ਤਰਨਾ ਤੇ ਹੋਰਾਂ ਨੂੰ ਵੀ ਤਾਰਨਾ। ਇੱਥੋਂ ਤੱਕ ਪਰ ਕਾ ਬੁਰਾ ਨਾ ਰਾਖੋ ਚੀਤ ਤੁਮਕੋ ਦੁੱਖ ਨਹੀਂ। ਕਿਸੇ ਦਾ ਭੈੜਾ ਸੋਚਣ ਵਾਸਤੇ ਬਾਣੀ ਪੜ੍ਹਨੀ ਦੂਰ ਦੀ ਗੱਲ। ਮਹਾਰਾਜ ਕਹਿੰਦੇ ਮਨ ਵਿੱਚ ਕਿਸੇ ਲਈ ਦੁਸ਼ਮਣੀ ਧਾਰ ਕੇ ਵੀ ਬਾਣੀ ਨਹੀਂ ਪੜ੍ਹਨੀ। ਜਬ ਧਾਰੈ ਕੋ ਬੈਰੀ ਮੀਤ ਤਬ ਲਗਨੇ ਚਲ। ਮਹਾਰਾਜ ਕਹਿੰਦੇ ਚਿੱਤ ਟਿਕਿਆ ਹੀ ਨਹੀਂ ਤੇ ਫਿਰ ਕਾਹਦਾ ਸਿਮਰਨ ਹੋਇਆ। ਚਿੱਤ ਤੇ ਫਿਰ ਅਡੋਲ ਹੈ। ਰਸਨਾ ਰਸੀਲੀ ਨਾਹੇ ਬੇਨਤੀ ਬਖਾਨੋ ਕੈਸੇ, ਸੁਰਤ ਨਾ ਸਰਵਣਨ ਬਚਨ ਮਧੋਕੀ ਹੈ। ਸਰਵਣਨ ਕਿਉਂ ਕਿਹਾ ਭਾਈ ਗੁਰਦਾਸ ਜੀ ਨੇ? ਸੁਰਤ ਸਾਡੀ ਕਿਥੇ ਹੋਰ ਫਿਰਦੀ ਹੈ, ਬਾਣੀ ਅਸੀਂ ਮੂੰਹ ਤੋਂ ਪੜ੍ਹਦੇ ਹਾਂ, ਫਿਰ ਕਿਸ ਤਰ੍ਹਾਂ ਬਚਨ ਸਾਡੇ ਅੰਦਰ ਜਾਣਗੇ। ਮਧੋਕੀਆ ਦਾ ਮਤਲਬ ਹੁੰਦਾ ਧਪੋਕਣਾ। ਜਿਵੇਂ ਹੁਣ ਸਰਦੀਆਂ 'ਚ ਓਸ ਨਹੀਂ ਆਈ ਹੁੰਦੀ ਬਾਹਰ ਘਾਹ ਦੇ ਉੱਤੇ, ਪੱਤੀਆਂ ਦੇ ਉੱਤੇ, ਇਹਨੂੰ ਮਧੋਕਣਾ ਕਹਿੰਦੇ ਆ। ਐ ਪੂਰਾ ਗਿੱਲਾ ਹੋਇਆ ਹੋਇਆ ਗੁੜੁੱਚ। ਮਨ ਸਾਡਾ ਬਾਣੀ ਤੋਂ ਖੁਸ਼ਕ ਹੈ, ਪੱਥਰ ਦੀ ਨਹੀਂ ਆਈ, ਅੰਦਰੋਂ ਗਿੱਲਾ ਹੀ ਨਹੀਂ ਹੋਇਆ। ਪਿੱਛੇ ਪੜ੍ਹ ਕੇ ਆਏ ਸੀ ਮਹਾਰਾਜ ਜੀ, ਗੁਰੂ ਅਰਜੁਨ ਸਾਹਿਬ ਨੇ ਕਿਹਾ ਨਾ, ਪਾਥਰ ਕੋ ਬਹੁ ਨੀਰ ਪਵਾਇਆ ਨਹਿ ਭੀਗੈ ਅਧਿਕ ਸੁਖ ਆਇਆ। ਕਿਵੇਂ ਭਿੱਜੇਗਾ ਮਨ? ਮਨ ਤਾਂ ਭਿੱਜੇਗਾ ਸੁਰਤ ਸ਼ਰਵਣਨ ਵਿੱਚ ਆ ਜਾਏ। ਜੋ ਜ਼ੁਬਾਨ ਤੋਂ ਬੋਲ ਰਹੇ ਹਾਂ ਉਨਿਕ ਆਵਾਜ਼ ਨਾਲ ਬਾਣੀ ਪੜ੍ਹੀਏ, ਉਨਿਕ। ਅੱਛਾ, ਜੇ ਨਾਲ ਕੋਈ ਡਿਸਟਰਬ ਹੋ ਰਿਹਾ ਉਨਿਕ ਪੜ੍ਹ ਲਈਏ ਕਿ ਜਿੰਨੀ ਕੰਨਾਂ ਨੂੰ ਸੁਣ ਜਾਏ। ਸਿਮਰਨ ਦੀ ਪਹਿਲੀ ਜੁਗਤ ਹੈ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਅੱਛਾ, ਭਗਤ ਨੇ 15 ਭਗਤ ਨੇ, 15 ਭਗਤ ਦਾ ਆਪਣਾ ਆਪਣਾ ਤਜਰਬਾ ਵੱਖਰਾ ਹੈ। ਕੋਈ ਮਰਾਠੀ ਹੈ ਮਹਾਰਾਸ਼ਟਰ ਦੀ ਧਰਤੀ ਤੋਂ, ਕੋਈ ਬੰਗਾਲ ਦੀ ਧਰਤੀ ਤੋਂ, ਕੋਈ ਪਾਕਪਟਨ ਦੀ ਧਰਤੀ ਤੋਂ, ਕੋਈ ਰਾਜਸਥਾਨ ਦੀ ਧਰਤੀ ਤੋਂ। ਕਿੱਥੋਂ ਕਿੱਥੋਂ ਗੁਰੂ ਪਾਤਸ਼ਾਹ ਜੀ ਲੈ ਕੇ ਆਏ। ਸਤਿਗੁਰੂ ਜੀ ਬਾਣੀ ਲੈ ਕੇ ਆਏ, ਭਗਤ ਸਦਨਾ ਤੋਂ ਦੀ ਲੈ ਕੇ ਆਏ, ਭਗਤ ਸੈਣ ਦੀ ਲੈ ਕੇ ਆਏ, ਵੈਸਟ ਬੰਗਾਲ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ। ਸਭ ਦੇ ਤਜਰਬੇ ਬੋਲੀ, ਪਰ ਸਭ ਦਾ ਤਜਰਬਾ ਅਲੱਗ ਅਲੱਗ ਹੈ, ਪਰ ਮੰਜ਼ਿਲੇ ਮਕਸੂਦ ਇੱਕੋ ਹੀ ਹੈ। ਤੇ ਸਭ ਨੇ ਸਿਮਰਨ ਕਰਨ ਦੀ ਜੁਗਤ ਇਹੀ ਦੱਸੀ। ਰਸਨਾ ਰਮਤ ਸੁਨਤ ਸੁਖ ਸ਼ਰਵਣਾ। ਪੜੋ ਜੀ, ਰਸਨਾ ਰਮਤ ਸੁਨਤ ਸੁਖ ਸ਼ਰਵਣਾ। ਜੇ ਸਿਮਰਨ ਵਾਹਿਗੁਰੂ ਵੀ ਜਪਣਾ ਹੈ ਨਾ, ਨੇਤਰ ਬੰਦ ਕਰਕੇ ਪਹਿਲਾਂ ਕਿਸੇ ਕੇਂਦਰ ਬਿੰਦੂ, ਕਿਸੇ ਤਸਵੀਰ ਨੂੰ ਨਹੀਂ ਦੇਖਣਾ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਰੁਕਨਦੀਨ, ਤੇਰੇ ਤੇ ਮੇਰੇ ਵਿਚਕਾਰ ਵੀ ਵਾਹਿਗੁਰੂ ਹੈ। ਇਸ ਤਰ੍ਹਾਂ ਅੱਖਾਂ ਬੰਦ ਕਰਕੇ ਜਿਹੜਾ ਖਾਲੀ ਖਲਾ ਹੈ ਨਾ, ਬਸ ਇਹੀ ਹੈ। ਇਸ ਤੋਂ ਬਿਨਾਂ ਕੋਈ ਤਸਵੀਰ ਨਹੀਂ, ਕੋਈ ਕੇਂਦਰ ਬਿੰਦੂ, ਕੁਛ ਨਹੀਂ। ਤੇ ਦੂਜੀ ਗੱਲ, ਜਿਹੜਾ ਮੂੰਹ ਤੋਂ ਬੋਲ ਰਹੇ ਆ ਉਹਨੂੰ ਕੰਨਾਂ ਤੋਂ ਡੂੰਘੀ ਸਰੋਤ ਨਾਲ ਸੁਣਨਾ। ਮਨ ਭੱਜੇਗਾ, ਫਿਰ ਭੱਜੇ ਹੋਏ ਖਿਆਲ ਆਉਣਗੇ, ਫਿਰ ਖਿਆਲਾਂ ਨੂੰ ਰੋਕ ਕੇ ਫਿਰ ਜੋ ਮੂੰਹ ਤੋਂ ਬੋਲ ਰਹੇ ਹੋ ਸੁਣਨ ਲੱਗ ਜਾਓ, ਦੇਖੋ ਖਿਆਲ ਖਤਮ ਹੋ ਜਾਣਗੇ। ਇੰਨੀ ਕੁ ਜੁਗਤ ਹੈ ਮਨ ਦੇ ਅੰਦਰ ਖਿਆਲ ਖਤਮ ਕਰਨੇ। ਥਿਰ ਕਰ ਬੈਸੋ ਸਤਿਗੁਰ ਤੁਮਰੇ। ਅੱਛਾ, ਹੁਣ ਇੱਕੋ ਮੈਂ ਤੁਹਾਨੂੰ ਜੁਗਤ ਥੋੜ੍ਹੀ ਜਿਹੀ ਬਾਣੀ ਵਿੱਚੋਂ ਦੱਸਾਂ। ਮਹਾਰਾਜ ਕਹਿੰਦੇ ਸਾਸ ਸਾਸ ਸਿਮਰੋ। ਹੁਣ ਤੁਸੀਂ ਬੈਠੇ ਹੋ ਨਾ, ਆਪਣੇ ਸਾਹਾਂ ਨੂੰ ਮਹਿਸੂਸ ਕਰੋ। ਸਾਹ ਅੰਦਰ ਜਾ ਰਿਹਾ, ਤੁਸੀਂ ਥੋੜ੍ਹਾ ਜਿਹਾ ਮਹਿਸੂਸ ਕਰੋ, ਥੋੜ੍ਹਾ ਜਿਹਾ। ਨੇਤਰ ਬੰਦ ਰੱਖੋ, ਭਾਵੇਂ ਖੋਲੇ ਰੱਖੋ। ਤੁਸੀਂ ਆਪਣੇ ਸਾਹ ਨੂੰ ਮਹਿਸੂਸ ਕਰੋ, ਸਾਹ ਅੰਦਰ। ਇੰਨੇ ਨੂੰ ਤੁਹਾਨੂੰ ਪਤਾ ਲੱਗੇਗਾ ਥੋੜ੍ਹਾ ਜਿਹਾ ਮਨ ਟਿਕਿਆ। ਇਹ ਸ਼ੁਰੂਆਤ ਹੈ।
कि असी महसूस तो करिए साढ़े अंदर जीवन की रोह सब तो वड्डी वाहिगुरू की ये साह है जिन्हें ये सानू जीवन दिता है। फिर इन्हां साहां दे नाल वाहिगुरू जपीए। अच्छा, जे बोल के जपना है, बोल के बाणी पढ़नी है, फिर उन्ना को बोलीए जिन्ना कान तो सुनिया जाए। घटो घट पहली अवस्था दे विच असी जुबान तो बोल के कन्ना तो जरूर सुनीए। इनू क्या बैखरी पहली अवस्था है सिमरन करन दी। बैखरी, बैखरी का मतलब बोल के, पर बोलिया होया तां हिरदे विच जाएगा। हिरदे विच जाण दा इक्को एक रस्ता है, वह है कन। कन तो बिना अंदर नाम नहीं जा सकता। ढिड रजाउण वास्ते मूँह है, वासना रजाउण वास्ते अखां ने, चम है, सब कुछ है, पर रब का नाम अंदर जाउण वास्ते आत्मक भोजन का रस्ता कन ही है। कन्ना तो सुन। अच्छा, जिहदे कन जिहड़ा नहीं सुन सकता फिर वो नहीं, फिर वो होर चीज़ां स्पर्श दे नाल पढ़दा है ना, जिवें ब्रेल लिपि है। हुण भाई गुरमेज सिंह ने सारा गुरु ग्रंथ साहब लिखिया, वो देख नहीं सकते तां भी उन्होंने स्पर्श दे नाल कर लिया। रब अपनी अपनी ओज अपने अपने प्यारियां विच वखरी देंदा है, पर जिहदे सारे ज्ञान इंद्रे काम करते हैं उन्होंने सब तो पहला आ 7 ज्ञान इंद्रे ने जी। ये 7 दरवाजे ने, 5 ते 5 10 ने टोटल ज्ञान इंद्रे, 5 कर्म इंद्रे, 5 ज्ञान इंद्रे, ते आ 7 दरवाजे जिहड़े ने आ मोडियां तो उत्ते उत्ते लगे ने। घर नूं पूरा ऐ पैक कर दो ना, पर्दे भी कर दो, सील भी, पॉली बैग भी चढ़ा दो, बई हुण ना झाड़ू मारना ना पोचा मारना। आ देखो दूजे दिन तुहानूं झाड़ू लाउणा पै जाएगा। हद होगी, पर्दे भी करते, बूहे भी भेड़ दिते, ऐ घुट के सील करते दरवाजे, अगे पन्नियां भी लातियां टेपां, फिर मिट्टी आ जाती है। जिथे बंद दरवाजियां च अंदर डस्ट आ जाती है, इत्थे ते सारा दिन ये दरवाजे खुले रहिंदे ने, अंदर किन्नी मैल इकट्ठी होंदी है। उस मैल नूं धोण दा इक्को एक जरिया है, जुबान तो बोल के कन्ना तो सुनीए। भावें 1 मिनट करिए सिमरन, 1 मिनट ये सिमरन जरूर करिए कि कन्ना तो बोलिया होया बाणी भी पढ़िए ते कन्ना तो जरूर सुनिए जो बोल रहे हैं। मन टिकेगा, मन दौड़ेगा, फिर सुनन लग जाओ, फिर मन टिक जाएगा। रसना नाम करण सुन जीवै, रसना तो पढ़ो ते कन्ना तो सुनो। ये आत्मक जीवन की शुरुआत है बैखरी। फिर ये जीवन अगे जाके मदमा तक पहुँचेगा। फिर जुबान तो बोलने की लोड़ नहीं पैनी, अंदर नाम चल पेगा। सुरत नाल तुसी पाठ करोगे तो सुरत नाल सुनोगे। फिर मदमा तो बाद आएगा पसंती, जद हिरदे विच वस जाएगा, जिन्होंने गुरु अर्जुन साहब कहते गुरमुख रोम रोम हर ध्यावै, कि रोम रोम नाम चलेगा। फिर तुरदियाँ उठदियाँ बैठदियाँ फिर बोलन दी, जिन्होंने गुरु गोबिंद सिंह साहब कहते हैं आत्म उपदेश भेष संजम को जाप सो अजपा जापै, बिना बोले जाप चलेगा। फिर अगली आखिरी अवस्था है परा, जिड़ी अवस्था तो ही मोही मोही तो ही, फिर भुलेगा ही नहीं। फिर सिमरन का ही रूप हो जाएगा। उस शरीर जन कै चरण वसै मेरा ही हरै संग, वो देही पवित्र हो जाएगी। ये 4 है बैखरी, मदमा, पसंती ते परा। पर शुरुआत बैखरी तो है। रसना नाम करन सुन जीवै, प्रभ सिमर सिमर अमर थिर थीवै। अमर की है? एक आया नहीं, आत्मक जीवन फिर कदी नहीं मरेगा। फिर बारंबार मौत नहीं होएगी विकारां विच, बारंबार गुरु तो विछोड़ा नहीं होएगा। फिर आत्मक जीवन अमर होएगा। जन्म जन्म के दुख निवारे, अनहद शब्द वजे दरबारे। फिर अंदरों सारे दुख खत्म हो जाएंगे। केड़ा दुख है? दुख विछोड़ा, एक दुख भूख, एक दुख सख्त वार जमदूत, एक दुख रोग लगा तन धाए वैद ना भोले दारू लाए। ये दुख ने। अनहद शब्द वजे दरबारे, अंदर शब्द वजणगे। फिर अंदरों सुनणगे 5 शब्द, ढलकै चवर शंख घण गाजे, बाणी विच जिक्र है। चिड़ी चौकी पौ फुटी वगण बहु तरंग, गगन दमामा बाजियो परियो निशाना कहो। अंदर शब्द वजणगे, अनहद शब्दां दी आवाज़ आउणगियां। कर किरपा प्रभ लिए मिलाए, नानक प्रभ शरणागत आए। प्रभु सच्चे पातशाह महाराज इत्थे इस तुक दे अनवय अर्थ होणगे। अनवय अर्थ का मतलब पिछों होणगे। नानक
ਪ੍ਰਭ ਸ਼ਰਨਾਗਤ ਆਏ, ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਹੈ, ਕਰ ਕਿਰਪਾ ਪ੍ਰਭ ਲੀਏ ਮਿਲਾਏ, ਉਹਨੂੰ ਪ੍ਰਭੂ ਮਿਲਾ ਲੈਂਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਪਰ ਸ਼ਰਨ ਆਉਣ ਵਾਸਤੇ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਹੈ ਸਭ ਕੁਝ ਛੱਡ ਦਿੱਤਾ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਛ ਕਰੂੰ ਉਪਾਇਆ, ਮੈਂ ਸਭ ਕੇ ਛੋੜ